हाँ यूरिया साइकिल करना आज, राइट? हाँ यूरिया साइकिल है कि ਜਦੋਂ ਆਪਾਂ ਅਮਾਈਨੋ ਐਸਿਡ ਨੂੰ ਬ੍ਰੇਕ ਕਰਦੇ ਸੀ ਅਲਫਾ ਕੀਟੋ ਐਸਿਡ ਤੇ ਅਮੋਨੀਅਮ ਗਰੁੱਪ ਨਿਕਲਦਾ ਸੀ। ਅਮੋਨੀਅਮ ਗਰੁੱਪ ਨੂੰ ਚੈਨਲਾਈਜ਼ ਕਰਦੇ ਆ ਯੂਰੀਆ ਸਾਈਕਲ ਦੇ ਥਰੂ, ਮਤਲਬ ਉਹਨੂੰ ਇੱਕ ਐਕਸਕ੍ਰੀਟਰੀ ਪ੍ਰੋਡਕਟ ਬਣਾ ਦਿੱਤਾ ਜਾਂਦਾ, ਚੈਨਲਾਈਜ਼ਡ ਇਨਟੂ ਸਿੰਗਲ ਐਕਸਕ੍ਰੀਟਰੀ ਪ੍ਰੋਡਕਟ ਅਮੋਨੀਅਮ ਆਇਨ ਨੂੰ। ਠੀਕ ਹੈ, ਤੇ ਅਮੋਨੋਟੈਲਿਕ ਐਨੀਮਲਸ ਜਿੱਦਾਂ ਕਿ ਜਿਹੜੇ ਪਾਣੀ ਵਿੱਚ ਰਹਿਣ ਵਾਲੇ ਸਪੀਸ਼ੀਜ਼ ਹੁੰਦੀਆਂ ਉਹਨਾਂ ਵਿੱਚ ਚੈਨਲਾਈਜ਼ ਹੋ ਜਾਂਦਾ ਹੈ ਅਮੋਨੀਆ ਦੀ ਫਾਰਮ 'ਚ, ਐਕਸਕ੍ਰੀਟ ਹੋ ਜਾਂਦਾ ਬੋਡੀ ਤੋਂ ਬਾਹਰ। ਟੈਰੇਸਟਰੀਅਲ ਐਨੀਮਲਸ ਇਹਨਾਂ ਦੀ ਬੋਡੀ 'ਚ ਯੂਰਿਕ ਐਸਿਡ ਦੀ ਫਾਰਮ 'ਚ ਐਕਸਕ੍ਰੀਟ ਹੁੰਦਾ, ਇਸ ਲਈ ਇਹਨਾਂ ਨੂੰ ਆਪਾਂ ਕਹਿੰਦੇ ਆ ਯੂਰਿਕੋਟੈਲਿਕ ਐਨੀਮਲਸ। ਫਿਰ ਜਿਹੜੇ ਹਿਊਮਨਸ ਤੇ ਮੈਮਲਸ ਹੁੰਦੇ ਆ ਬਾਕੀ ਉਹਨਾਂ ਵਿੱਚ ਅਮੋਨੀਅਮ ਆਇਨ ਯੂਰੀਆ ਦੀ ਫਾਰਮ ਦੇ ਵਿੱਚ ਬਾਹਰ ਰਿਲੀਜ਼ ਹੁੰਦਾ, ਇਸ ਕਰਕੇ ਇਹਨਾਂ ਐਲੀਮੈਂਟਸ ਨੂੰ ਆਪਾਂ ਕਹਿੰਦੇ ਆ ਯੂਰੀਓਟੈਲਿਕ ਐਨੀਮਲਸ। ਠੀਕ ਹੈ, ਯੂਰੀਆ ਸਾਈਕਲ 'ਚ ਕੀਤਾ ਕੀ ਜਾਂਦਾ ਇਨ ਯੂਰੀਕੋਟੈਲਿਕ ਐਨੀਮਲਸ, ਯੂਰੀਓਟੈਲਿਕ ਐਨੀਮਲਸ ਜਿਹੜਾ ਐਕਸੈਸ ਅਮੋਨੀਆ ਹੁੰਦਾ ਉਹ ਮਾਈਟੋਕੌਂਡਰੀਆ 'ਚ ਸਟੋਰਡ ਹੁੰਦਾ। ਜਿਹੜਾ ਐਕਸੈਸ ਅਮੋਨੀਆ ਹੁੰਦਾ, ਸਰਪਲਸ ਅਮੋਨੀਆ, ਉਹ ਮਾਈਟੋਕੌਂਡਰੀਆ 'ਚ ਸਟੋਰ ਹੁੰਦਾ। ਤੇ ਯੂਰੀਆ ਸਾਈਕਲ ਦੇ ਵਿੱਚ ਕੀ ਕੀਤਾ ਜਾਂਦਾ, ਇਸ ਐਕਸੈਸ ਅਮੋਨੀਆ ਨੂੰ ਕਨਵਰਟ ਕੀਤਾ ਜਾਂਦਾ ਯੂਰੀਆ ਦੇ ਵਿੱਚ, ਮਤਲਬ ਇਸ ਅਮੋਨੀਆ ਨੂੰ ਚੇਂਜ ਕਰ ਦਿੱਤਾ ਜਾਂਦਾ ਯੂਰੀਆ 'ਚ, ਕਿਉਂਕਿ ਜਿਹੜਾ ਅਮੋਨੀਆ ਉਹ ਬਹੁਤ ਟੌਕਸਿਕ ਹੁੰਦਾ ਤੇ ਯੂਰੀਆ ਜਿਹੜਾ ਉਹ ਲੈਸ ਟੌਕਸਿਕ ਹੁੰਦਾ। That's why excess ammonia stored in mitochondria is converted to यूरिया। It occurs in urea cycle operate कितने ਹੁੰਦਾ हैगा mitochondria and cytosols of liver cells। यूरिया बनन तो बाद ਉਹਨੂੰ blood stream ਚ ट्रांसफर कर ਦਿੱਤਾ ਜਾਂਦਾ, ਫਿਰ ਕਿਡਨੀਜ਼ ਉਹਨੂੰ ਪਿਉਰੀਫਾਈ ਕਰਕੇ ਯੂਰਿਨ ਦੇ ਵਿੱਚ ਇਹਨੂੰ ਕਨਸੈਂਟਰੇਟ ਕਰਕੇ ਬੋਡੀ ਤੋਂ ਬਾਹਰ ਐਕਸਕ੍ਰੀਟ ਕਰ ਦਿੰਦੇ ਆ। ਇੱਕ ਮਿੰਟ, ਅਮੋਨੀਆ ਕਨਵਰਟ ਹੋਇਆ ਯੂਰੀਆ ਦੇ ਵਿੱਚ, ਇੱਕ ਵਾਰੀ ਭੈਣ ਬਣ ਕੇ ਬੋਲਦੇ ਕਿ ਯੂਰੀਆ ਕਨਵਰਟ ਹੋਇਆ ਕੱਚ। ਯੂਰੀਆ ਜਿਹੜਾ ਵਾ ਫਿਰ ਉਹਨੂੰ ਬਲੱਡ ਸਟਰੀਮ ਚ ਪਾ ਦਿੱਤਾ ਜਾਂਦਾ ਤੇ ਕਿਡਨੀਜ਼ ਜਿਹੜੀਆਂ ਕਿਡਨੀਜ਼ ਉਹਨਾਂ ਨੂੰ ਪਿਉਰੀਫਾਈ ਕਰ ਦਿੰਦੀਆਂ ਬਲੱਡ ਨੂੰ, ਤੇ ਜਿਹੜਾ ਯੂਰੀਆ ਹੁੰਦਾ ਵਾ ਉਹ ਯੂਰਿਨ ਦੀ ਫਾਰਮ ਚ ਬਾਹਰ ਨਿਕਲਦਾ ਬੋਡੀ ਐਕਸਕ੍ਰੀਟ ਹੋ ਜਾਂਦਾ। ਨੈਕਸਟ ਯੂਰੀਆ ਸਾਈਕਲ ਦੇ 5 ਸਟੈਪਸ ਆ ਤੇ 5 ਦੇ 5 ਸਟੈਪਸ ਦੇ ਵਿੱਚ ਅਲੱਗ-ਅਲੱਗ ਐਂਜ਼ਾਈਮਸ ਚਾਹੀਦੇ ਹੁੰਦੇ, 5 ਐਂਜ਼ਾਈਮੈਟਿਕ ਸਟੈਪਸ ਹੋ ਗਏ। ਠੀਕ ਹੈ, ਫਿਰ ਉਸ ਤੋਂ ਬਾਅਦ ਹੁਣ ਇੱਕ ਟੇਬਲ ਬਣਾ ਕੇ ਆਪਾਂ ਸਾਰੇ ਸਟੈਪਸ ਜਿਹੜੇ ਆ ਉਹਨਾਂ ਦੇ ਨੇਮ, ਉਹਨਾਂ ਦੀ ਲੋਕੇਸ਼ਨ ਤੇ ਉਹਨਾਂ ਦੇ ਐਂਜ਼ਾਈਮਸ ਲਰਨ ਕਰ ਲੈਣੇ ਆ। steps, location ਤੇ enzyme।
First step, that is formation of carbamoyl phosphate. लोकेशन हैगी लीवर सेल दा माइटोकॉन्ड्रिया. एंजाइम यूज होंदा हैगा कार्बोमोइल फॉस्फेट सिंथेटेज फर्स्ट. यही बनाना, कार्बेमोइल बनाना, कार्बेमोइल फॉस्फेट सिंथेटेज तां लगा क्योंकि एटीपी यूज होंदा. फर्स्ट तां क्योंकि माइटोकॉन्ड्रिया च जेड़ा दूसरी इहदी टाइप हुंदी आ ਉਹ ਪਾਈ ਜਾਂਦੀ ਹੈਗੀ ਆ ਸਾਈਟੋਸੋਲ ਚ. ਸੈਕਿੰਡ ਸਟੈਪ formation of citrulline. ਇਹ ਵੀ ਮਾਈਟੋਕॉन्ड्रिया ਚ ਹੁੰਦਾ. ਇਹਦੇ ਲਈ ਐਂਜ਼ਾਈਮ ਯੂਜ਼ ਹੁੰਦਾ ornithine transcarboxylase. Third step is production of arginosuccinate. ਇਹ ਵਾਲਾ ਸਟੈਪ ਲੀਵਰ ਸੈਲ ਦੇ ਸਾਈਟੋਸੋਲ ਚ ਹੁੰਦਾ. ਤੇ ਐਂਜ਼ਾਈਮ ਲੱਗਦਾ ਹੈਗਾ arginosuccinate synthetase. ਲੀਵਰ ਦੇ ਸਾਈਟੋਸੋਲ ਚ हाँ लीवर सेल दे साइटोसोल च. फिर नेक्स्ट स्टेप आ फॉर्मेशन ऑफ आर्जिनिन. जो साइकिल बनावांगे ना फिर ज्यादा क्लियर होएगा. फिलहाल इन्नू पहले याद करना. आर्जिनिन ये भी साइटोसोल च हुंदा और ਇਹਦੇ ਲਈ एंजाइम यूज ਹੁੰਦਾ ਹੈਗਾ arginosuccinate. लास्ट स्टेप ਇਹਦਾ formation of urea cytosol च और arginase एंजाइम यूज होता. राइट. लिख लिया. स्टेप 1 फर्स्ट स्टेप च की होएगा अमोनिया अमोनियम आयन अपने ब्लड ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਹੈ ਨਾ ਉਹ ਵਾਟਰ ਦੇ ਨਾਲ ਰਿਐਕਟ ਕਰਕੇ ਉਹ ਬਣਾ ਦਿੰਦੀ ਆ ਕਾਰਬੋਨਿਕ ਐਸਿਡ. ਫਿਰ ਉਹ ਕਾਰਬੋਨਿਕ ਐਸਿਡ ਜਿਹੜਾ ਹੁੰਦਾ ਨਾ ਉਹ ਬਾਈਕਾਰਬੋਨੇਟ ਆਇਨ ਬਣਾਉਂਦਾ ਹੈਗਾ. ਆ ਬਾਈਕਾਰਬੋਨੇਟ ਆਇਨ ਵਿੱਚ ਯੂਜ਼ ਹੋਣਾ ਹੈਗਾ ਅਮੋਨੀਅਮ ਆਇਨ प्लस बाइकार्बोनेट आयन. एंजाइम फर्स्ट स्टेप च केड़ा एंजाइम लगना सी कार्बामोइल फॉस्फेट सिंथेटेज 1. फॉस्फेट सिंथेटेज सिंथेटेज ता सिंथेटेज फर्स्ट मतलब कि एटीपी यूज होना हैगा. किन्ने एटीपी यूज होने 2 एटीपी यूज होने. एडीपी बन जाएगा 2 एडीपी प्लस फॉस्फेट इनऑर्गेनिक फॉस्फेट और कार्बोमोइल फॉस्फेट बनेगा कार्बामोइल फॉस्फेट. नाम तो पहले केड़ी बुक में कितना है? कार्बामोइल लेनिंजर. अच्छा नहीं जो कर दिया. कार्बामोइल नाम तो ही क्लियर है. कार्बामोइल ग्रुप तो होएगा ही. फॉस्फेट मींस फॉस्फेट ग्रुप भी नाल आएगा. आ कार्बामोइल फॉस्फेट दा स्ट्रक्चर है. फर्स्ट स्टेप क्लियर. डन. एक में कार्बोमाइल फॉस्फेट
ठीक है। ਪਹਿਲਾਂ ਮੈਂ ਯੂਰੀਆ ਸਾਈਕਲ ਬਣਾਉਣੀ ਆ ਸਿੰਪਲ, ਫਿਰ ਉਸ ਤੋਂ ਬਾਅਦ ਉਹਦੇ ਸਟਰਕਚਰਸ ਦੇ ਨਾਲ। ਫਸਟ 2 ਸਟੈਪਸ ਜਿਹੜੇ ਆ ਉਹ ਮਾਈਟੋਕੌਂਡਰੀਆ ਚ ਹੁੰਦੇ ਆ, ਤੇ ਜਿਹੜੇ ਨੈਕਸਟ ਸਟੈਪਸ ਹੁੰਦੇ ਆ ਉਹ ਹੁੰਦੇ ਹੈਗੇ ਆ ਉਹਦੇ ਸਾਈਟੋਸੋਲ ਚ। ਹੋਏਗਾ ਕੀ ਹੁਣ, ਪਹਿਲਾਂ ਕਾਰਬਾਮੋਇਲ ਫਾਸਫੇਟ ਬਣਿਆ, ਜਿਹੜਾ ਹੁਣੇ ਬਣਾਇਆ ਫਸਟ ਸਟੈਪ ਚ ਕਾਰਬਾਮਾਈਲ ਫਾਸਫੇਟ, ਤੇ ਲਿਵਰ ਸੈਲ ਦੇ ਮਾਈਟੋਕੌਂਡਰੀਆ ਦੇ ਅੰਦਰ ਇੱਕ ਅਮਾਈਨੋ ਐਸਿਡ ਪਾਇਆ ਜਾਂਦਾ, ਨਾਨ ਸਟੈਂਡਰਡ ਅਮਾਈਨੋ ਐਸਿਡ, ਔਰਨੀਥੀਨ। ਔਰਨੀਥੀਨ ਤੇ ਕਾਰਬਾਮੋਇਲ ਫਾਸਫੇਟ ਇਹ ਦੋਨੋਂ ਜੁੜਦੇ ਆ, ਜੁੜ ਕੇ ਬਣਾ ਦਿੰਦੇ ਆ ਸਿਟਰੂਲੀਨ। ਠੀਕ ਹੈ, ਫਿਰ ਉਸ ਤੋਂ ਬਾਅਦ ਜਦੋਂ ਸਿਟਰੂਲਿਨ ਬਣ ਗਿਆ, ਇੱਥੇ ਇੰਜ਼ਾਈਮ ਯੂਜ਼ ਹੁੰਦਾ ਹੈਗਾ, ਉਸ ਇੰਜ਼ਾਈਮ ਦਾ ਨੇਮ ਆ ਔਰਨੀਥੀਨ ਟ੍ਰਾਂਸਕਾਰਬੋਕਸੀਲੇਜ਼। ਔਰਨੀਥੀਨ ਟ੍ਰਾਂਸਕਾਰਬੋਕਸੀਲੇਜ਼। ਸਿਟਰੂਲਿਨ ਦੇ ਨਾਲ ਐਸਪਾਰਟੇਟ ਅਮਾਈਨੋ ਐਸਿਡ ਜੁੜੇਗਾ। ਠੀਕ ਹੈ, ਸਟੈਂਡਰਡ ਅਮਾਈਨੋ ਐਸਿਡ AMP ਰਿਲੀਜ਼ ਕਰ ਦੇਣਗੇ और ये बना देंगे आर्जिनोसक्सिनेट। AMP की एडिनोसिन मोनोफॉस्फेट, ATP भी यूज हो रहा है ना, क्योंकि सिंथेटेज एंजाइम यूज हो रहा है, तां करके ATP यूज होना। एंजाइम का नाम किया आर्जिनोसक्सिनेट सिंथेटेज। उस तो बाद आर्जिनोसक्सिनेट सिंथेटेज बनने तो बाद ये दो चीज़ां च स्प्लिट हो जाता। फर्स्ट इज फ्यूमेरेट and the second one is arginine in the presence of an enzyme named arginosaccinase. फिर आर्जिनिन का कन्वर्शन हो जाता ऑर्निथीन च, इत्थे वाटर मॉलिक्यूल एडअप होंदा इहदे नाल ते यूरिया बाहर निकल जाता है, ते ऑर्निथीन नूं भेज दिता जाता माइटोकॉन्ड्रिया च। दस्या कि आर्जिनिन की दस्या वाटर की वाटर ऐड किया जाता है, रिएक्शन नहीं वाटर चाहिए। आर्जिनोसक्सिनेज ते हुण इत्थे एंजाइम लगना हैगा आर्जिनेज। ਇਹਦੇ ਸਟਰਕਚਰਸ ਵੀ ਦੱਸਣੇ ਹੁਣੇ। ਦੇਖ 5 ਸਟੈਪਸ ਹੋ ਗਏ। ਫਸਟ ਸਟੈਪ ਤਾਂ ਉਹ ਸੀਗਾ ਕਿ ਅਮੋਨੀਅਮ ਆਇਨ ਬਾਈਕਾਰਬੋਨੇਟ ਆਇਨ ATP ਦਾ ਯੂਜ਼ ਕਰਕੇ ਕਾਰਬੋਮਾਈਲ ਫਾਸਫੇਟ ਬਣਾ ਦਿੰਦੇ ਸੀਗੇ। ਫਸਟ ਸਟੈਪ ਸੀ। ਸੈਕਿੰਡ ਸਟੈਪ 'ਚ ਸਿਟਰੁਲਿਨ ਫਾਰਮ ਹੋ ਗਿਆ। ਥਰਡ ਸਟੈਪ 'ਚ ਆਰਜਿਨੋਸੈਕਸੀਨੇਟ ਫਾਰਮ ਹੋ ਗਿਆ। फोर्थ स्टेप च आर्जिनिन फॉर्म हो गया, तो फिफ्थ स्टेप च यूरिया ते ऑर्निथीन फॉर्म हो गए। यूरिया एंड ऑर्निथीन। ठीक है ठीक है, हुन ये हैगा मेन साडा यूरिया साइकिल। ओके हुन मैं स्ट्रक्चर्स बनाने आज ये ते सही आ स्ट्रक्चर्स बनावांगे तो ज्यादा बेटर है ना। अच्छा इदा तू नाम लिख के दसे, इदा आपा स्ट्रक्चर नाल बना के फिर बनाउणा वा। हाँ स्ट्रक्चर्स भी दसन लगी हां, बस जल्दी उतार लो पहला, फिर मैं स्ट्रक्चर्स भी दस। हाँ इजी है स्ट्रक्चर्स, इन्ने टफ नहीं है। लिख लो। सब तो पहला कार्बोमाइल फॉस्फेट, मैं स्टेप वाइज ही करवा रही हूँ। ठीक है, कार्बोमाइल फॉस्फेट ते ऑर्निथीन। पहला कार्बोमाइल फॉस्फेट दा स्ट्रक्चर था हुने जस्ट ड्रॉ इट ना। हाँ this O P O this is what carbomoyl phosphate ornithine
ऑर्निथीन ਦਾ ਜਿਹੜਾ ਸਟਰਕਚਰ ਹੁੰਦਾ ਵਾ ਨਾ ਬੇਸਿਕਲੀ ਇਟ ਇਜ਼ ਅ ਅਮਾਈਨੋ ਐਸਿਡ ਤੇ ਆ ਤਾਂ ਰਹੂਗਾ ਹੀ ਇੱਥੇ ਇੱਕ ਅਮਾਈਨੋ ਗਰੁੱਪ ਰਹੇਗਾ ਇੱਕ ਕਾਰਬੋਕਸਿਲਿਕ ਗਰੁੱਪ ਹੋਏਗਾ ਇੱਕ H ਗਰੁੱਪ ਹਾਈਡਰੋਜਨ ਤੇ ਇੱਥੇ CH2 3 ਟਾਈਮਸ ਹੁੰਦਾ ਹੈ ਤੇ NH3 ਪੋਜ਼ਿਟਿਵ ਇਹ ਸਾਡਾ ਸਟਰਕਚਰ ਹੈਗਾ ਔਰਨੀਥੀਨ ਦਾ ਫਿਰ ਆਫ ਕੋਰਸ ਇਹਨਾਂ ਦੋਨਾਂ ਦੀ ਕੰਬੀਨੇਸ਼ਨ ਹੋ ਕੇ enzyme use ਹੁੰਦਾ ornithine transcarboxylase ਨਾਮ ਤੋਂ ਹੀ ਦੇਖੋ ਕਲੀਅਰ ਹੈਗਾ ਨਾ ornithine ਦੇ ਉੱਪਰ ਟ੍ਰਾਂਸ ਮਤਲਬ ਟ੍ਰਾਂਸਫਰ ਕਰਨਾ carboxylase ਆ carboxylase ਆ ਟ੍ਰਾਂਸਫਰ ਕਰਨਾ ਹੈ ਕਿੱਦਾਂ ਕਰਾਂਗੇ ਇਹਨੂੰ ਹੁਣ ਫਸਟ ਆਫ ਆਲ ਤਾਂ ਮੈਂ ਆਈ ਬਣਾਉਣ ਲੱਗੀ ਪਹਿਲਾਂ C ਡਬਲ ਬੌਂਡ ornithine as such ਪਹਿਲਾਂ ਬਣੇਗਾ ਅਮੋਨੀਆ ਦੇ ਨਾ ਨਾਈਟ੍ਰੋਜਨ ਦੇ ਸਿਰਫ 3 ਹੀ ਹੋ ਸਕਦੇ ਆ ਨਾ ਬੌਂਡਸ ਤੇ ਆ ਵਾਲਾ ਇਹਦੇ ਨਾਲ ਆ ਕੇ ਜੁੜ ਗਿਆ ਕਾਰਬੋਮਾਈਲ ਟ੍ਰਾਂਸਫਰੇਜ਼ ਔਰਨੀਥੀਨ ਦੇ ਨਾਲ ਆ ਵਾਲਾ ਗਰੁੱਪ ਟ੍ਰਾਂਸਫਰ ਕਰਤਾ ਤੇ ਹੁਣ ਇਹਦਾ ਨਾਮ ਬਣ ਗਿਆ ਸਿਟਰੁਲਿਨ ਠੀਕ ਹੈ ਰਾਈਟ ਹੁਣ ਇਸ ਤੋਂ ਬਾਅਦ ਇੱਥੋਂ ਹੀ ਮੈਂ ਸਟਾਰਟ ਕਰਨ ਲੱਗੀ ਹਾਂ ਨੈਕਸਟ ਸਟੈਪ ਸਿਟਰੁਲਿਨ ਦੇ ਨਾਲ ਆਰਜਿਨਿਨ ਜੁੜਦਾ ਆਰਜਿਨਿਨ ਦਾ ਸਟਰਕਚਰ ਹੁੰਦਾ ਹੈਗਾ ਉਹ ਵੀ ਕਿਉਂਕਿ ਇੱਕ ਅਮਾਈਨੋ ਐਸਿਡ ਆ ਸੋ ਆਫ ਕੋਰਸ ਆ ਵਾਲਾ ਗਰੁੱਪ ਕਾਰਬੋਕਸਿਲਿਕ ਗਰੁੱਪ ਤੇ ਅਮਾਈਨੋ ਗਰੁੱਪ ਤਾਂ ਕਾਂਸਟੈਂਟ ਰਹਿਣਗੇ ਤੇ ਆਰਜਿਨਿਨ ਦਾ ਤਾਂ ਸੌਰੀ ਆਰਜਿਨਿਨ ਨਹੀਂ ਐਸਪਾਰਟੇਟ ਗਲਤ ਹੋ ਲਿਖਤਾ ਮੈਂ ਐਸਪਾਰਟੇਟ ਥੋੜੀ ਪਹਿਲਾਂ ਹੀ ਤਾਂ ਬਣਾਇਆ ਸੀ ਐਸਪਾਰਟੇਟ ਦਾ ਸਟਰਕਚਰ C ਡਬਲ ਬੌਂਡ O ਨੈਗੇਟਿਵ ਹੁਣ ਇਹਨਾਂ ਦੋਨਾਂ ਨੇ ਕੰਬਾਈਨ ਅਪ ਹੋ ਕੇ ਆਰਜਿਨੋ ਸਕਸੀਨੇਟ ਬਣਾਉਣਾ ਇਹਨਾਂ ਦੋਨਾਂ ਨੇ ਕੰਬਾਈਨ ਹੋ ਕੇ ਮੈਂ ਉਲਟਾ ਲਿਖ ਰਹੀ ਹਾਂ ਠੀਕ ਹੈ ਇਹਨਾਂ ਦੋਨਾਂ ਨੇ ਕੰਬਾਈਨ ਹੋ ਕੇ ਨੈਕਸਟ ਸਟੈਪ 'ਚ ਆਰਜਿਨੋ ਸਕਸੀਨੇਟ ਬਣਾਉਣਾ ਆਰਜਿਨੋ ਸਕਸੀਨੇਟ ਆਰਜਿਨੋ ਸਕਸੀਨੇਟ ਕਿੱਦਾਂ ਬਣੇਗਾ ਪਹਿਲਾਂ ਮੈਂ ਇੱਥੋਂ ਸਟਾਰਟ ਕਰ ਰਹੀ ਹਾਂ ਦਾ ਸਟਰਕਚਰ C ਡਬਲ ਬੌਂਡ ਹੋਏ SH C ਵੀ SH NH3 H CH2 whole thrice NH ਉਸ ਤੋਂ ਬਾਅਦ ਆ ਵਾਲਾ ਸਟਰਕਚਰ ਵੀ ਸਿਮਿਲਰ ਵੇਜ ਜਿਹੜਾ ਇਹ ਵਾਲਾ ਸਟਰਕਚਰ ਇੱਥੋਂ ਟ੍ਰਾਂਸਫਰ ਹੁੰਦਾ ਹੈਗਾ ਇਸ ਤੋਂ ਕੰਬਾਈਨ ਅਪ ਹੋਏਗਾ ਨਾਲ CH2 COO ਨੈਗੇਟਿਵ ਰਾਈਟ ਤੇ ਆ ਜਿਹੜਾ NH3 ਗਰੁੱਪ ਆ ਉਹ ਇੱਥੇ ਆ ਕੇ ਜੁੜੇਗਾ ਔਰ ਬਾਕੀ CH2 ਔਰ COO ਨੈਗੇਟਿਵ ਇਸ ਸਟਰਕਚਰ ਦਾ ਨਾਮ ਹੈਗਾ ਆਰਜਿਨੋ ਸਕਸੀਨੇਟ ਅਰੇ ਇੱਥੇ ਐਂਜ਼ਾਈਮ ਲੱਗਦਾ ਪਿਆ ਆਰਜਿਨੋ ਸਕਸੀਨੇਟ ਸਿੰਥੇਟੇਜ਼ ਇਹਦਾ ਮਤਲਬ ਕਿ ਇੱਥੇ ATP ਵੀ ਯੂਜ਼ ਹੁੰਦਾ ਪਿਆ ਉਸ ਤੋਂ ਬਾਅਦ ਕੀ ਹੋਣਾ ਹੈਗਾ ਹੁਣ ਆਰਜਿਨਿਨ ਬਣਨਾ ਫਿਊਮੇਰੇਟ ਤੇ ਆਰਜਿਨਿਨ ਵਿੱਚ ਫਿਊਮੇਰੇਟ ਤੇ ਆਰਜਿਨਿਨ ਬਣਨਾ ਹੈਗਾ ਤੇ ਆਰਜਿਨਿਨ ਦਾ ਸਟਰਕਚਰ ਮੈਨੂੰ ਅੱਛੀ ਤਰ੍ਹਾਂ ਆਉਂਦਾ ਹੈਗਾ ਵਾ ਤੇ ਆਰਜਿਨਿਨ ਦਾ ਸਟਰਕਚਰ ਪਹਿਲਾਂ ਮੈਂ ਬਣਾ ਲਾਂਗੀ ਆਰਜਿਨੋ ਸਕਸੀਨ ਫਿਊਮੇਰੇਟ ਬਣੇਗਾ ਨਾ ਫਿਊਮੇਰੇਟ ਤੇ ਆਰਜਿਨਿਨ ਫਿਊਮੇਰੇਟ ਦਾ ਸਟਰਕਚਰ ਬਹੁਤ ਆਸਾਨ ਹੈਗਾ ਦੇਖੋ
ਆ ਵਾਲਾ ਜਿਹੜਾ ਨਾ ਆ orange ਵਾਲਾ ਗਰੁੱਪ ਆ ਸਾਰਾ orange ਵਾਲਾ ਗਰੁੱਪ ਇਹ ਫਿਊਮਰੇਟ ਆ C ਡਬਲ ਬੌਂਡ ਦਿਸ ਔਰ ਇਹਦੇ ਸੈਂਟਰ 'ਚ ਡਬਲ ਬੌਂਡ ਆ ਜਾਂਦਾ ਤੁਹਾਡਾ ਫਿਊਮਰੇਟ ਫਾਰਮ ਹੋ ਗਿਆ ਔਰ ਜਿਹੜਾ ਆ ਵਾਲਾ ਸਟਰਕਚਰ ਆ that is your arginine ਦਾ structure ਓਕੇ ਤੇ enzyme ਲੱਗਦਾ arginosaccinase ਉਸ ਤੋਂ ਬਾਅਦ arginine ਦੀ ਕਨਵਰਸ਼ਨ ਹੋ ਜਾਂਦੀ ਆ to ornithine ਤੇ ਯੂਰੀਆ ਯੂਰੀਆ ਰਿਲੀਜ਼ ਹੋ ਜਾਂਦਾ ਯੂਰੀਆ ਆਫ ਕੋਰਸ ਇਹਨੇ ਦੋਨੋਂ ਪਾਸੇ NH2 ਲੈ ਕੇ ਜਾਣਾ ਹੈਗਾ ਰਾਈਟ NH2 ਦੋਨੋਂ ਪਾਸੇ ਔਰ ਬਾਕੀ ਜਿਹੜਾ ਬਚ ਗਿਆ that is your ornithine ਇਹ ਵਾਲਾ ਸਟਰਕਚਰ ਠੀਕ ਹੈ ਇਹ ਡਬਲ ਬੌਂਡ O CNH3 positive H CH2 whole thrice NH3 positive ਇੱਕ ਸਾਰਾ ਸੇਮ ਆ ਇਹਦੇ ਵਿੱਚ ਇਹ ਦੋ ਹਾਈਡਰੋਜਨ ਐਡ ਹੋਏ ਆ ਕਿੱਥੋਂ ਆਏ ਦੋ ਹਾਈਡਰੋਜਨ ਇਸ ਵਾਟਰ ਤੋਂ ਦੋ ਹਾਈਡਰੋਜਨ ਆਏ ਔਰ ਇਹਦੇ ਕੋਲ ਇੱਕ ਆਕਸੀਜਨ ਕਿੱਥੋਂ ਆਇਆ ਆਕਸੀਜਨ ਵਾਟਰ ਤੋਂ ਆ ਗਿਆ ਨਾ ਆਕਸੀਜਨ ਔਰ ਦੋ ਹਾਈਡਰੋਜਨ ਇਹਨੂੰ ਮਿਲ ਗਏ ਆਕਸੀਜਨ ਇਹਨੂੰ ਮਿਲ ਗਿਆ ਸੋ ਇਹਦੇ ਨਾਲ ਹੀ ornithine ਜਿਹੜਾ ਵਾ ਉਹ ਫਾਰਮ ਹੋ ਗਿਆ ਯੂਰੀਆ ਫਾਰਮ ਹੋ ਗਿਆ ਯੂਰੀਆ ਸਾਈਕਲ ਫਿਨਿਸ਼ ਹੋ ਗਿਆ ਬਸ ਇਦਾਂ ਹੀ ਪੇਪਰ 'ਚ ਸਾਈਕਲ ਬਣਾਉਣਾ ਤੇ ਮਾੜੀ ਮੋਟੀ ਥਿਊਰੀ ਲਿਖ ਦੇਣੀ ਤੇ ਕੰਪਲੀਟ ਟੌਪਿਕ ਹਾਂ enzymes ਦੇ names ਬਸ ਅੱਛੀ ਤਰ੍ਹਾਂ ਲਿਖਣੇ ਆ ਤੇ ਫਿਰ ਹੋ ਗਿਆ